ਕੋਵਿਡ ਦੇ ਕੇਸ ਇੱਕ ਵਾਰੀ ਫਿਰ ਵਧਣੇ ਸ਼ੁਰੂ ਹੋ ਗਏ ਨੇ, ਜਿਸ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੀ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਜਾਂ ਸਰਕਾਰਾਂ, ਉਹਨਾਂ ਨੇ ਲੋਕਾਂ ਲਈ ਐਡਵਾਈਜ਼ਰੀ ਤੱਕ ਜਾਰੀ ਕੀਤੀ ਹੈ। ਲੋਕਾਂ ਨੂੰ ਇਹ ਕਿਹਾ ਕਿ ਅਗਰ ਜ਼ਰੂਰੀ ਨਹੀਂ ਹੈ ਤਾਂ ਭੀੜ ਭਾੜ ਵਾਲੀ ਜਗ੍ਹਾ ਤੋਂ ਜਾਣ ਤੋਂ ਬਚਣ, ਟਰੈਵਲ ਕਰਨ ਤੋਂ ਬਚਣ, ਇੱਕ ਦੂਜੇ ਨਾਲ ਸ਼ੇਕ ਹੈਂਡ ਕਰਨ ਤੋਂ ਬਚਣ। ਇੰਨਾ ਹੀ ਨਹੀਂ, ਮਾਸਕ ਲਗਾਉਣ ਤੱਕ ਦੀ ਐਡਵਾਈਜ਼ਰੀ ਜਿਹੜੀ ਆ ਜਾਰੀ ਕੀਤੀ ਆ। ਸਾਡੇ ਨਾਲ ਕੁਝ ਸੀਨੀਅਰ ਡਾਕਟਰ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਰੀਜ਼ਨ ਹੈ, ਕਿਉਂ ਕੋਵਿਡ ਦੇ ਕੇਸਿਸ ਇਸ ਸਮੇਂ ਜ਼ਿਆਦਾ ਵੱਧ ਰਹੇ ਨੇ, ਔਰ ਜਦ ਵੱਧ ਰਹੇ ਨੇ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਦੇ ਪ੍ਰੋਟੈਕਸ਼ਨ ਜਿਹੜੇ ਆ ਉਹ ਲੈਣੇ ਚਾਹੀਦੇ, ਕਿਸ ਤਰ੍ਹਾਂ ਦੇ ਮਾਮਲਿਆਂ ਨੂੰ ਅਵੋਇਡ ਕਰਨਾ ਚਾਹੀਦਾ। ਡਾਕਟਰ ਸਾਹਿਬ, ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू। ਡਾਕਟਰ ਸਾਹਿਬ, ਇਹਦੀ ਇਸ ਸਮੇਂ ਕੋਵਿਡ ਦੇ ਕੇਸਿਸ ਇੱਕ ਵਾਰੀ ਪਹਿਲਾਂ ਵਧੇ ਸੀਗੇ ਬੜੇ, ਉਸ ਟਾਈਮ ਲੋਕਡਾਊਨ ਵੀ ਹੋਇਆ ਸੀਗਾ, ਸਰਕਾਰਾਂ ਨੇ ਬੰਦ ਰੱਖਿਆ, ਹਾਲੇ ਕੰਟਰੋਲ ਕਰ ਲਿਆ। ਹੁਣ ਫੇਰ ਜਿਹੜਾ ਦੁਬਾਰਾ ਫੇਰ ਉਹੀ ਪੋਜੀਸ਼ਨ ਆ ਗਈ ਹੈ, ਦੁਬਾਰਾ ਫੇਰ ਇੱਕੋ ਦਮ ਬੜੀ ਸਪੀਡ ਨਾਲ ਜਿਹੜੇ ਆ ਕੇਸਿਸ ਵਧਣੇ ਸ਼ੁਰੂ ਹੋ ਗਿਆ। ਕੀ ਵਜ੍ਹਾ ਮੰਨਦੇ ਹੋ? देखो, ये असी जान चुके हैं कि जी कोविड है ये वेव्स विच आती है, अपने आप ही बहुत तेज़ी नाल वधदी है जिवें तुसीं कहा, और उस तरह ही ये महीने डेढ़ दो महीने तो बाद ये घट जाती है और फिर दोबारा आती है। और ये जी वेव है, नॉर्मली ये भी देखा भी ये गया है कि जो वेव शुरू होती है तीसरे या चौथे हफ्ते दे विच वो बहुत अपनी रफ्तार वधदी है। और मैं डॉक्टर साहब नाल गल कर रहे थे, ये जोड़े डॉक्टर गुरविंदर जोड़े साडे प्रेजिडेंट इलैक्ट ने, तो इन्हां दी लैब है और ये दस रहे हैं कि हुण बहुत तेज़ी दे नाल जिहड़े पॉजिटिव केसिस ने वो आने शुरू होए ने। सो असी अज ये चर्चा विच ये विषय लैके आए हैं। सो इस विषय विच असी एक तां लोकल गवर्नमेंट नूं ये रिक्वेस्ट करना चाहांगे कि वैक्सीनेशन जिहड़ी है अज तो 1.5 साल पहलां बंद हो चुकी सीगी, हुण सानूं काफ़ी इंक्वायरीज आंदियां कि वैक्सीनेशन दोबारा ਸ਼ੁਰੂ ਕੀਤੀ ਜਾਵੇ, ਤਾਂ ਇਹ ਜਲਦ ਤੋਂ ਜਲਦ ਸ਼ੁਰੂ ਕਰੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਬਲਿਕ ਪਲੇਸਿਸ ਦੇ ਪ੍ਰੋਟੋਕੋਲ ਜਿਹੜੇ ਹੈਗੇ ਨੇ ਉਹਨਾਂ ਨੂੰ ਇਮੀਡੀਏਟਲੀ ਲਾਗੂ ਕਰਨਾ ਚਾਹੀਦਾ ਹੈ। ਡਾਕਟਰ ਗੁਰਵਿੰਦਰ ਜੀ, ਹੁਣ ਜਿਹੜੀ ਕੋਵਿਡ ਦੇ ਕੇਸਿਸ ਆ ਰਹੇ ਆ, ਉਸ 'ਚ ਕਿਸ ਤਰ੍ਹਾਂ ਦੇ ਲੱਛਣ ਜਿਹੜੇ ਆ ਉਹ ਸਾਹਮਣੇ ਆ ਰਹੇ ਆ? ਮਰੀਜ਼ ਨੂੰ ਉਸ ਕਿਹੜੇ ਲੱਛਣ ਆ ਜਿਸ ਕਰਕੇ ਮਰੀਜ਼ ਨੂੰ ਇਹ ਲੱਗਣਾ ਚਾਹੀਦਾ ਵੀ ਹਾਂ ਯਾਰ ਮੈਨੂੰ ਕੋਵਿਡ ਆ ਜਾਂ ਮੈਨੂੰ ਟੈਸਟ ਕਰਾਉਣਾ ਚਾਹੀਦਾ? ਹੁਣ ਜਿਹੜੀ ਨਵੀਂ ਮਿਊਟੇਸ਼ਨ ਆਈ ਹੈ ਉਹਦੇ ਵਿੱਚ ਰੈਸਪੀਰੇਟਰੀ ਸਿੰਪਟਮਸ ਤੇ ਜ਼ਿਆਦਾ ਨੇ, ਪਰ ਡਾਇਰੀਆਜ਼ ਵੀ ਕਾਫੀ ਕਾਮਨਲੀ ਹੋ ਰਿਹਾ। ਸੋ ਪੇਸ਼ੈਂਟ ਨੂੰ ਅਗਰ ਡਾਇਰੀਆ ਹੋਵੇ ਜਾਂ ਸਾਹ ਲੈਣ 'ਚ ਮੁਸ਼ਕਿਲ ਹੋਵੇ, ਗਲਾ ਖਰਾਬ ਹੋਵੇ, ਜ਼ੁਕਾਮ ਹੋਵੇ, ਗਲੇ 'ਚ ਦਰਦ ਹੋਵੇ, ਤੇ ਉਹ ਰਿਪੋਰਟ ਕਰਨ ਡਾਕਟਰ ਨੂੰ, ਡਾਕਟਰ ਡਿਸਾਈਡ ਕਰੇਗਾ ਸਿੰਪਟਮਸ ਕੋਵਿਡ ਵਰਗੇ ਨੇ ਤੇ ਟੈਸਟ ਕਰਵਾ ਲਏਗਾ। ਸੋ ਇਟ ਇਜ਼ ਇੰਪੋਰਟੈਂਟ ਕਿ ਟੈਸਟ ਕਰਵਾਓ, रिपीटेडली टेस्ट कराओ, और अगर वैक्सीनेशन नहीं लगी वैक्सीन लगवाओ, और आप सारे लोग की मास्क लगान, स्पैशली गैदरिंग्स विच। वैसे भी मास्क लगाना मार्केट्स विच, हॉस्पिटल्स विच, पब्लिक प्लेसिस विच बहुत ज़रूरी है हुण, ताकि ये प्रॉब्लम ना फैले। ਡਾਕਟਰ ਨਿਤਿਨ, ਮਤਲਬ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਟੈਸਟ ਕਰਾ ਕੇ ਅਸੀਂ ਕੋਵਿਡ ਦਾ ਉਹ ਕਰ ਸਕਦੇ ਹਾਂ ਵੀ ਹਾਂ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈਗਾ। ਜਦੋਂ ਪੋਜ਼ਿਟਿਵ ਆਉਂਦਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ, ਕਿਉਂਕਿ ਹੁਣ ਉਹ ਵਾਲੀ ਜਿਹੜਾ ਡਰ ਵਾਲੀ ਗੱਲ ਹੈ ਉਹ ਸ਼ਾयद नहीं रही है, किस तरह का ट्रीटमेंट उन्होंने लेना चाहिए? सबसे पहले तो अगर पॉजिटिव है तो हमें पता होना चाहिए कि वी आर पॉजिटिव, टेस्ट कराना बहुत ज़रूरी है। और फिर जो नॉर्मल प्रिकॉशंस पहले प्रोटोकॉल्स में बताई गई थी, मास्क लगाओ, थोड़े सा आइसोलेशन थोड़े दिनों के लिए, और अगर घर पे कोई एल्डरली पेशेंट है जिसको पॉजिटिव है, उसको कोई सिम्टम्स चेस्ट के आते हैं या पेट के, जैसे डॉक्टर साहब ने बताया, तो उसका ट्रीटमेंट सही बिल्कुल ठीक टाइम पे ले लें, इग्नोर नहीं करना चाहिए उसको। एंड प्लस मास्क ज़रूर लगा के रखें ताकि जो बाकी घर के लोग हैं या जो आप जहाँ काम काज कर रहे हैं वो लोग थोड़े से बचे रहें। ਡਾਕਟਰ ਸਾਹਿਬ, ਜਿੱਦਾਂ ਪਹਿਲੇ ਸੀਗਾ ਇੱਕ ਛੂਤ ਦੀ ਬਿਮਾਰੀ ਸੀ ਕੋਵਿਡ, ਜਿਹੜਾ ਹੈ ਆਪਾਂ ਬੜਾ ਬਚਦੇ ਸੀਗੇ ਵੀ ਹਾਂ ਯਾਰ ਇਹਨੂੰ ਕੋਵਿਡ ਹੈਗਾ, ਇਸ ਤੋਂ ਦੂਰ ਰਹੋ, ਹੱਥ ਨਹੀਂ ਲਗਾਉਣਾ, ਉਸਦੇ ਕੋਲੇ ਨਹੀਂ ਜਾਣਾ। ਹੁਣ ਕੀ ਉਹ ਚੀਜ਼ਾਂ ਹਾਲੇ ਵੀ ਉਹ ਹੈਗੀਆਂ ਜਾਂ ਹਾਲੇ ਉਹ ਚੀਜ਼ਾਂ ਖਤਮ ਹੋ ਗਈਆਂ ਵੀ ਕੋਵਿਡ ਦਾ? ਐਬਸੋਲੂਟਲੀ ਦੇਖੋ, ਇਸ ਤਰ੍ਹਾਂ ਹੈਗਾ, ਬਿਮਾਰੀ ਜਿਹੜੇ ਹੈਗੀ ਨੇ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ। ਜਿਵੇਂ ਡਾਕਟਰ ਨਿਤਿਨ ਨੇ ਦੱਸਿਆ ਕਿ ਆਈਸੋਲੇਸ਼ਨ ਜਿਹੜੀ ਹੈਗੀ ਹੈ, ਜਿਹੜਾ ਮਰੀਜ਼ ਪੋਜ਼ਿਟਿਵ ਹੈਗਾ ਉਹਦਾ ਇਮੀਡੀਏਟ ਆਈਸੋਲੇਸ਼ਨ ਕਰਨਾ ਬੜਾ ਜ਼ਰੂਰੀ ਹੈ। ਉਹਨਾਂ ਦੇ ਆਸ-ਪਾਸ ਜਿਹੜੇ ਸਗੇ ਸੰਬੰਧੀ ਨੇ, ਉਹਨਾਂ ਦੇ ਪਰਿਵਾਰ ਦੇ ਸਦੱਸਿਆ ਜਾਂ ਜੋ ਵੀ ਜਿਨ੍ਹਾਂ ਨੂੰ ਉਹ ਕੰਟੈਕਟ ਵਿੱਚ ਆਏ ਨੇ, ਉਹਨਾਂ ਦੀ ਟੈਸਟਿੰਗ ਹੋਣੀ ਚਾਹੀਦੀ ਹੈ। ਜਿਨ੍ਹਾਂ ਵਿੱਚ ਉਹ ਪੋਜ਼ਿਟਿਵ ਆਉਂਦਾ ਉਹਨਾਂ ਨੂੰ ਵੀ ਆਈਸੋਲੇਸ਼ਨ ਕਰਨੀ ਚਾਹੀਦੀ ਹੈ। ਇਹਦੇ ਵਿੱਚ ਇਤਿਹਾਤ ਵਰਤਣਾ ਸਭ ਤੋਂ ਵੱਡੀ ਜਿਹੜੀ ਇੱਕ ਇੰਪੋਰਟੈਂਟ ਗੱਲ ਹੈ। ਔਰ ਉਸ ਤੋਂ ਇਲਾਵਾ ਜਿਹੜੇ ਪੋਜ਼ਿਟਿਵ ਕੇਸਿਸ ਨੇ ਉਹਨਾਂ ਦੀ ਆਈਸੋਲੇਸ਼ਨ ਬਹੁਤ ਹੀ ਇੰਪੋਰਟੈਂਟ ਇੱਕ ਸਟੈਪ ਹੈ। ਇਸ ਤੋਂ ਇਲਾਵਾ ਜਿਹੜੀ ਜਨਰਲ ਇਮਿਊਨਿਟੀ ਲੈਵਲਸ ਹੈਗੀਆਂ
ਸਾਨੂੰ ਉਹਨਾਂ ਬਾਰੇ ਵੀ ਧਿਆਨ ਕਰਨਾ ਪਏਗਾ ਔਰ ਆਪਣੇ ਵਿਟਾਮਿਨਸ ਵਗੈਰਾ ਆਹਾਰ ਠੀਕ ਰੱਖਣ, ਹਾਈਡਰੇਸ਼ਨ ਠੀਕ ਰੱਖਣ, ਤਾਂ ਕਿ ਜਿਹੜੀ ਹੈਗੀ ਹੈ ਤੁਹਾਡੀ ਇਨਰ ਸਟਰੈਂਥ ਇਹੋ ਜਿਹੀ ਹੋਵੇ ਕਿ ਤੁਹਾਨੂੰ ਕੋਵਿਡ ਹੋਣ ਦੇ ਚਾਂਸਸ ਜਿਹੜੇ ਹੈ ਪਹਿਲਾਂ ਤਾਂ ਉਹ ਘੱਟ ਜਾਣ। ਅਗਰ ਉਹ ਕੋਵਿਡ ਹੋਏ ਵੀ ਤੇ ਐਟਲੀਸਟ ਉਹ ਸੀਰੀਅਸ ਦਵਿੰਦਰ, ਜਿਸ ਤਰ੍ਹਾਂ ਦੇ ਤੁਸੀਂ ਲੱਛਣ ਦੱਸੇ ਆ, ਇਹ ਮੌਸਮ ਵੀ ਚੇਂਜ ਹੋ ਰਿਹਾ, ਸਰਦੀ ਤੋਂ ਆਪਾਂ ਗਰਮੀ ਵੱਲ ਜਾ ਰਹੇ ਹਾਂ। ਅੱਛਾ, ਬਾਰਿਸ਼ਾਂ ਪੈ ਰਹੀਆਂ, ਕਦੀ ਮੌਸਮ ਜਦੋਂ ਬਾਰਿਸ਼ ਪੈਂਦੀ ਹੈ ਇੱਕੋਦਮ ਟੈਂਪਰੇਚਰ ਗਿਰ ਜਾਂਦਾ, ਤੇ ਜਦੋਂ ਬਾਰਿਸ਼ ਹਟਦੀ ਹੈ ਥੋੜਾ ਜਿਹਾ ਸੂਰਜ ਨਿਕਲਦਾ ਇੱਕਦਮ ਟੈਂਪਰੇਚਰ ਜਿਹੜਾ ਉਹ ਹਾਈ ਚਲਾ ਜਾਂਦਾ, ਜਿਸ ਕਰਕੇ ਵੀ ਮੌਸਮ ਦੀ ਤਬਦੀਲੀ ਵਾਲੇ ਵੀ ਕਈ ਬਿਮਾਰੀਆਂ ਚੱਲਦੀਆਂ, ਜਿੱਦਾਂ ਨਜ਼ਲਾ, ਜ਼ੁਕਾਮ, ਖਾਂਸੀ, ਬੁਖਾਰ। ਇਹ ਤਾਂ ਆਮ ਗੱਲ ਹੈ, ਤਾਂ ਕੋਵਿਡ ਤੇ ਇਸ 'ਚ ਕਿੱਦਾਂ ਉਹ ਆਇਡੈਂਟੀਫਾਈ ਕਰੇ ਵੀ ਨਹੀਂ ਯਾਰ ਇਹ ਰੂਟੀਨ ਨਹੀਂ ਹੈ, ਇਹ ਕੋਵਿਡ ਹੀ ਹੈ? ਕੋਵਿਡ ਔਰ ਫਲੂ ਵਿੱਚ ਕੋਈ ਫਰਕ ਨਹੀਂ ਹੈ, ਦੋਨਾਂ ਦਾ ਨੂੰ ਸੈਪਰੇਟ ਕਰਨ ਦਾ ਤਰੀਕਾ ਟੈਸਟ ਹੀ ਹੈ। ਔਰ ਅੱਜ ਦੀ ਤਰੀਕ ਵਿੱਚ ਜੋ ਟੈਸਟ ਹੋ ਰਹੇ ਨੇ, ਸੋ 25% ਪੇਸ਼ੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਵਿਡ ਹੈ, ਬਾਕੀ 75% ਉਹ ਨੇ ਜਿਨ੍ਹਾਂ ਨੂੰ ਰੂਟੀਨ ਫਲੂ ਹੈ ਜਾਂ ਹੋਰ ਸਿਮਿਲਰ ਰੈਸਪੀਰੇਟਰੀ ਇਲਨੈਸ ਹੈ। ਸੋ ਇਟ ਇਜ਼ ਨਾਟ ਈਜ਼ੀ ਟੂ ਡਿਸਟਿੰਗੁਇਸ਼, ਦੀ ਟੈਸਟ ਇਜ਼ ਦੀ ਓਨਲੀ ਆਂਸਰ। ਉਹ ਫਿਰ ਟੈਸਟ ਕਰਕੇ ਆਈਸੋਲੇਸ਼ਨ ਇਜ਼ ਵੈਰੀ ਇੰਪੋਰਟੈਂਟ, ਵੈਕਸੀਨੇਸ਼ਨ ਇਜ਼ ਵੈਰੀ ਇੰਪੋਰਟੈਂਟ। ਐਂਡ ਮਹਾਰਾਸ਼ਟਰ ਵਿੱਚ ਜਿਹੜੇ ਕੇਸਿਸ ਹੋ ਰਹੇ ਉਹਨਾਂ 'ਚ ਆਕਸੀਜਨ ਰਿਕੁਆਇਰਮੈਂਟ ਵੀ 25 ਤੋਂ 50% ਪੇਸ਼ੈਂਟਸ ਵਿੱਚ ਆ ਰਹੀ ਹੈ ਡਿਫਰੈਂਟ ਸਿਟੀਜ਼ ਵਿੱਚ। ਸੋ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਉਹ ਸੈਕਿੰਡ ਵੇਵ ਵਾਲੀ ਸਿਚੁਏਸ਼ਨ ਦੁਬਾਰਾ ਨਾ ਆਈਏ। ਸੋ the things have to, the government has to take immediate action to do vaccination so that again we do not reach the same stage as we reached in second stage. ਡਾਕਟਰ ਨਿਤਿਨ, ਜਿਸ ਤਰ੍ਹਾਂ ਗਵਰਨਮੈਂਟ ਸੀਗੀ ਪਹਿਲੇ ਬੜਾ ਹਊਆ ਸੀਗਾ, ਪਹਿਲੇ ਬੜਾ ਡਰ ਸੀਗਾ, ਗਵਰਨਮੈਂਟ ਚੈੱਕ ਕਰਦੀ ਸੀਗੀ, ਘਰੇ ਜਾ ਕੇ ਇੱਥੇ ਤੱਕ ਕਿ ਇੱਕ ਬੈਨਰ ਤੱਕ ਲਗਾਏ ਜਾਂਦੇ ਸੀ ਵੀ ਇਸ ਘਰ 'ਚ ਕੋਵਿਡ ਪੇਸ਼ੈਂਟ ਆ, ਕੋਈ ਇੱਥੇ ਕੰਟੈਕਟ ਨਾ ਕਰੇ, ਮੈਂ ਉਹਨਾਂ ਨੂੰ ਇਕੱਲੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਉਹ ਗੱਲਾਂ ਹੁਣ ਨਹੀਂ ਆ। ਆਪਾਂ ਕੀ ਸਮਝੀਏ ਵੀ ਅੱਗੇ ਨਾਲੋਂ ਇਹ ਡਿਲੂਟ ਹੋ ਗਿਆ, ਉਹਨਾਂ ਖਤਰਨਾਕ नहीं है? नहीं, देखो खतरनाक तो उतना ही है जितना पहले था, बट आई थिंक पब्लिक को भी थोड़ा सा अवेयरनेस चाहिए। पब्लिक शुड बी मोर प्रोएक्टिव। जो गवर्नमेंट ने अपना रोल काफ़ी अच्छा प्ले किया है और अभी भी गवर्नमेंट कर रही है, इन्फॉर्मेशन आ रही है, बट अब प्राइवेट सेटअप में हम IMA की तरफ से भी काफ़ी वो कर रहे हैं। और लोगों को भी समझना चाहिए कि अगर कोई ऐसे सिम्टम, जैसे आपने सिम्टम्स पूछे, जो कोविड में जो गला जैसे ख़राब है उसमें इट्स मोर पेनफुल, वो ज़्यादा पेनफुल है। कुछ लोगों को पहले चेस्ट की प्रॉब्लम्स नहीं होती थी, अब लोगों को होने लगी हैं। तो ये हमें समझना चाहिए दिस कुड बी कोविड। पब्लिक को थोड़ा सा मोर एक्टिवली चलना पड़ेगा। अगर आपको कुछ सिम्टम्स ऐसे लग रहे हैं जो आप में नहीं होते थे पहले या ज़्यादा हैं पहले से, तो इट शुड बी टेकन एज कोविड। और पब्लिक शुड बी मोर रिस्पॉन्सिबल ऑल्सो। गवर्नमेंट तो अपना काम कर रही है। ਡਾਕਟਰ ਬੇਦੀ, ਕੋਈ ਸਾਡੇ ਦਰਸ਼ਕਾਂ ਲਈ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਇਸ ਮਸਲੇ ਤੇ ਲੈ ਕੇ? ਜਿਵੇਂ ਡਾਕਟਰ ਗੁਰਵਿੰਦਰ ਨੇ ਕਿਹਾ, ਖਾਂਸੀ, ਜ਼ੁਕਾਮ, ਬੁਖਾਰ, ਨਜ਼ਲਾ, ਬਾਡੀ ਏਕਸ, ਡਾਇਰੀਆ, ਕੋਈ ਵੀ ਸਿੰਪਟਮ ਹੋਏ, ਪਹਿਲਾਂ ਅਸੀਂ ਜਿਹੜਾ ਹੈਗਾ ਉਹ ਸ਼ੰਕਾ ਸਾਨੂੰ ਹੋਣੀ ਚਾਹੀਦੀ ਹੈ ਕਿ ਇਹ ਕੋਵਿਡ ਤੇ ਨਹੀਂ ਹੈ। ਸੋ ਅਗਰ ਅਸੀਂ ਉਹਨੂੰ ਪਹਿਲੇ ਸ਼ੁਰੂ ਵਿੱਚ ਅਸੀਂ ਪਕੜ ਲਵਾਂਗੇ, ਔਰ ਪਕੜਨ ਦਾ ਤਰੀਕਾ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਟੈਸਟ ਹੀ ਇੱਕ ਜ਼ਰੀਆ ਹੈ ਜਿਹਦੇ ਨਾਲ ਅਸੀਂ ਇਹਨੂੰ ਪਕੜ ਸਕਦੇ ਹਾਂ। ਸੋ ਮੇਰੀ ਗੁਜ਼ਾਰਿਸ਼ ਹੈਗੀ ਹੈ ਤੁਹਾਡੇ ਮਾਧਿਅਮ ਤੋਂ ਸਾਰੇ ਜਿਹੜੇ ਸਾਡੇ ਨਾਗਰਿਕ ਨੇ ਕਿ ਜਿੱਥੇ ਵੀ ਉਹਨਾਂ ਨੂੰ ਕੁਝ ਵੀ ਲੱਛਣ ਨਜ਼ਰ ਆਉਣ, ਉਹ ਤੁਰੰਤ ਜਾ ਕੇ ਆਪਣਾ ਟੈਸਟ ਕਰਾਉਣ। ਡਰਨ ਦੀ ਲੋੜ ਨਹੀਂ ਹੈ, ਬਟ ਸਾਵਧਾਨ ਰਹਿਣ ਦੀ ਲੋੜ ਅੱਜ ਵੀ ਹੈ। ਥੈਂਕ ਯੂ ਸਰ। ਇਹ ਸੀਗੇ ਡਾਕਟਰ ਬੇਦੀ ਸਾਹਿਬ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਡਰਨ ਦੀ ਲੋੜ ਨਹੀਂ ਹੈ, ਪਰ ਸਾਵਧਾਨ ਰਹਿਣ ਦੀ ਬੜੀ ਲੋੜ ਹੈ। ਔਰ ਜਦੋਂ ਅਸੀਂ ਸਾਵਧਾਨ ਰਵਾਂਗੇ ਤਾਂ ਅਸੀਂ ਇਹ ਜਿਹੜੀ ਕੋਵਿਡ ਦੀ ਬਿਮਾਰੀ ਆ, ਇਸ ਵਾਰੀ ਵੀ ਇਹਨੂੰ ਮਾਤ ਦੇਣ 'ਚ ਕਾਮਯਾਬ ਹੋ ਸਕਦੇ ਹਾਂ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।